ਅੱਜ ਦੇ ਇਸ ਈ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ ਵਿਦਿਆਰਥੀਓ। ਭਾਵੇਂ ਇਹ 11ਵੀਂ ਸ਼੍ਰੇਣੀ ਵਾਸਤੇ ਹੈ, ਪਰ ਬਾਕੀ ਸਾਰੇ ਵਿਦਿਆਰਥੀ ਵੀ ਨੋਟ ਕਰਨ ਕਿ ਅਸੀਂ ਜਦੋਂ ਸਪੀਕਿੰਗ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਪੀਕਿੰਗ ਸਿੱਖਣ ਵੱਡੇ ਵੱਡੇ ਬਿੱਲ ਭਰ ਕੇ ਜਾਂਦੇ ਹਾਂ, ਜਾਂ ਜਦੋਂ ਅਸੀਂ ਆਈਲੈਟਸ ਦੀ ਗੱਲ ਕਰਦੇ ਹਾਂ, ਜਾਂ ਜਦੋਂ ਅਸੀਂ ਅੰਗਰੇਜ਼ੀ ਨੂੰ ਇੰਪਰੂਵ ਕਰਨ ਦੀ ਗੱਲ ਕਰਦੇ ਹਾਂ, ਜਾਂ ਜਦੋਂ ਅਸੀਂ ਕੋਈ ਟਰਾਂਸਲੇਸ਼ਨ ਦੀ ਗੱਲ ਕਰਦੇ ਹਾਂ, ਤੇ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ 11ਵੀਂ ਸ਼੍ਰੇਣੀ ਦੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਕੁਝ ਸ਼ਬਦਾਵਲੀ ਅਤੇ ਕੁਝ ਸੈਂਟੈਂਸਿਸ, ਕੁਝ ਵਾਕ ਜਿਹੜੇ ਆ ਉਹ ਇਸ ਤਰ੍ਹਾਂ ਦੇ ਦਿੱਤੇ ਹੋਏ ਆ ਜਿਨ੍ਹਾਂ ਦੇ ਨਾਲ ਅਸੀਂ ਬਹੁਤ ਸੌਖਿਆਂ ਆਪਣੀ ਮਾਂ ਭਾਸ਼ਾ ਜਿਹੜੀ ਹੈ, ਮਾਂ ਬੋਲੀ ਪੰਜਾਬੀ, ਉਹਦੇ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਾਂ। ਅਤੇ ਨਾਲ ਨਾਲ ਜਦੋਂ ਅਸੀਂ ਦੂਜੀਆਂ ਭਾਸ਼ਾਵਾਂ ਦਾ ਗਿਆਨ ਲੈਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੰਗਰੇਜ਼ੀ ਭਾਸ਼ਾ ਨੂੰ ਵੀ ਬੜੇ ਸੌਖਿਆਂ ਸਿੱਖ ਸਕਦੇ ਹਾਂ। ਸੋ ਕਿਸ ਤਰੀਕੇ ਨਾਲ ਇਹਨਾਂ ਵਾਕਾਂ ਨੂੰ ਅਸੀਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪੜ੍ਹਨਾ ਹੈ, ਕਿਸ ਤਰੀਕੇ ਨਾਲ ਇਹਨਾਂ ਨੂੰ ਉਚਾਰਨਾ ਹੈ, ਸਾਡਾ ਪ੍ਰੋਨਾਂਸੀਏਸ਼ਨ, ਸਾਡਾ ਉਚਾਰਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅੱਜ ਆਪਾਂ ਗੱਲ ਕਰਾਂਗੇ ਬੈਂਕ, ਰੇਲਵੇ, ਡਾਕ ਅਤੇ ਬੀਮਾ ਸੇਵਾਵਾਂ ਨਾਲ ਸੰਬੰਧਿਤ ਜਿਹੜੇ ਵਾਕ ਹੈਗੇ ਆ ਉਹਨਾਂ ਦੀ ਗੱਲ ਕਰਾਂਗੇ, ਅਤੇ ਨਾਲ ਦੀ ਨਾਲ ਬੈਂਕ ਸੇਵਾਵਾਂ ਨਾਲ ਸੰਬੰਧਿਤ ਜਿਹੜੇ ਵਾਕ ਹੈ ਇਹਨਾਂ ਤੋਂ ਅਸੀਂ ਸ਼ੁਰੂਆਤ ਕਰਾਂਗੇ। ਸੋ ਇਹਨੂੰ ਇੱਕ ਲੈਸਨ ਦੇ ਤੌਰ 'ਤੇ ਵੀ ਤੁਸੀਂ ਲੈਣਾ, ਅਤੇ ਨਾਲ ਦੀ ਨਾਲ ਤੁਸੀਂ ਆਪਣੀ ਜਿੱਥੇ ਮਾਂ ਬੋਲੀ ਵਿੱਚ ਮੁਹਾਰਤ ਹਾਸਲ ਕਰੋਗੇ ਉੱਥੇ ਨਾਲ ਨਾਲ ਅੰਗਰੇਜ਼ੀ ਵੀ ਸਿੱਖੋਗੇ। ਬੈਂਕ, ਰੇਲਵੇ, ਡਾਕ ਅਤੇ ਬੀਮਾ ਸੇਵਾਵਾਂ ਨਾਲ ਸੰਬੰਧਿਤ ਜਿਹੜੇ ਅਸੀਂ ਵਾਕ ਤਿਆਰ ਕਰਨੇ ਆ ਉਹਨਾਂ ਦੇ ਵਿੱਚ ਬੈਂਕ ਸੇਵਾਵਾਂ ਨਾਲ ਸੰਬੰਧਿਤ ਵਾਕ ਸ਼ੁਰੂ 'ਚ ਕਰਾਂਗੇ ਅਸੀਂ। ਪਹਿਲਾ ਵਾਕ ਹੈ, ਪਹਿਲਾਂ ਮੈਂ ਅੰਗਰੇਜ਼ੀ ਵਿੱਚ ਵਾਕ ਬੋਲਾਂਗਾ ਅਤੇ ਉਸ ਤੋਂ ਬਾਅਦ ਫਿਰ ਉਹਦੀ ਪੰਜਾਬੀ ਦੱਸੀ ਜਾਏਗੀ। ਪੇਮੈਂਟ ਕੈਨ ਬੀ ਮੇਡ ਇਨ ਕੈਸ਼ ਔਰ ਬਾਈ ਚੈੱਕ। ਭੁਗਤਾਨ ਯਾਨੀ ਕਿ ਪੇਮੈਂਟ ਨਕਦ ਜਾਂ ਚੈੱਕ ਰਾਹੀਂ ਕੀਤਾ ਜਾ ਸਕਦਾ ਹੈ। ਦੂਜਾ, ਇਟ ਇਜ਼ ਬੈਟਰ ਟੂ ਹੈਵ ਏ ਜੁਆਇੰਟ ਅਕਾਊਂਟ ਇਨ ਦਾ ਬੈਂਕ। ਬੈਂਕ ਵਿੱਚ ਸਾਂਝਾ ਖਾਤਾ ਖੋਲ੍ਹਣਾ ਵਧੇਰੇ ਚੰਗਾ ਹੈ। ਤੀਸਰਾ, ਇਟ ਇਜ਼ ਫਾਰ ਆਫਿਸ ਯੂਜ਼ ਓਨਲੀ। ਇਹ ਕੇਵਲ ਦਫ਼ਤਰੀ ਵਰਤੋਂ ਲਈ ਹੈ। ਅਗਲਾ, received a sum of ₹5,000 only as specified on reverse। ਪਿੱਛੇ ਲਿਖੇ ਅਨੁਸਾਰ 5,000 ਰੁਪਏ ਦੀ ਰਕਮ ਵਸੂਲ ਕੀਤੀ। ਪੰਜਵਾਂ ਹੈ, this application has been addressed to the divisional manager of the bank। ਇਹ ਬਿਨੈ ਪੱਤਰ, this application, ਇਹ ਬਿਨੈ ਪੱਤਰ ਬੈਂਕ ਦੇ ਡਿਵੀਜ਼ਨਲ ਮੈਨੇਜਰ ਨੂੰ ਸੰਬੋਧਿਤ ਹੈ। I hereby declare that the foregoing statements are true and correct to the best of my knowledge and belief। ਮੈਂ ਇੱਥੇ ਐਲਾਨ ਕਰਦੀ ਹਾਂ ਜਾਂ ਕਰਦਾ ਹਾਂ ਕਿ ਉਪਰੋਕਤ ਬਿਆਨ ਮੇਰੇ ਪੂਰਨ ਗਿਆਨ ਅਤੇ ਵਿਸ਼ਵਾਸ ਮੁਤਾਬਕ ਸੱਚੇ ਅਤੇ ਸਹੀ ਹਨ। ਅੱਗੇ ਹੈ ਸੱਤਵਾਂ, specimen signature of the depositor are often verified while making payments। ਭੁਗਤਾਨ ਸਮੇਂ ਜਮ੍ਹਾਂਕਰਤਾ ਦੇ ਦਸਤਖਤ ਅਕਸਰ ਮਿਲਾਏ ਜਾਂਦੇ ਹਨ। ਦਸਤਖਤ ਦੇ ਸਪੈਲਿੰਗ ਜ਼ਰੂਰ ਦੇਖ ਲੈਣਾ ਪੰਜਾਬੀ ਵਿੱਚ। ਪਲੀਜ਼ ਕਾਊਂਟ ਦੀ ਚੈੱਕਸ ਕੰਟੇਨਡ ਹੇਅਰ ਇਨ ਬਿਫੋਰ ਯੂਜ਼। ਚੈੱਕ ਬੁੱਕ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੇ ਚੈੱਕਾਂ ਦੀ ਗਿਣਤੀ ਕਰ ਲਓ ਜੀ। ਪਲੀਜ਼ ਚੈੱਕ ਯੂਅਰ ਬੈਂਕ ਬੈਲੈਂਸ ਬਿਫੋਰ ਯੂ ਇਸ਼ੂ ਏ ਚੈੱਕ। ਕੋਈ ਵੀ ਚੈੱਕ ਕੱਟਣ ਤੋਂ ਪਹਿਲਾਂ ਆਪਣੇ ਖਾਤੇ ਵਿੱਚ ਜਮ੍ਹਾਂ ਰਕਮ ਦੀ ਪੜਤਾਲ ਕਰ ਲਓ ਜੀ। ਅੱਗੇ ਚੱਲਦੇ ਹਾਂ। 10ਵਾਂ ਵਾਕ, ਆਲਵੇਜ਼ ਕੀਪ ਯੂਅਰ ਪਾਸਬੁੱਕ ਐਂਡ ਚੈੱਕ ਬੁੱਕ ਅੰਡਰ ਪ੍ਰੋਪਰ ਕਸਟਡੀ। ਆਪਣੀ ਪਾਸਬੁੱਕ ਅਤੇ ਚੈੱਕ ਬੁੱਕ ਹਮੇਸ਼ਾ ਸੰਭਾਲ ਕੇ ਰੱਖੋ। ਪਲੀਜ਼ ਇਸ਼ੂ ਏ ਗਿਫਟ ਚੈੱਕ ਵਰਥ ₹501 ਐਂਡ ਡੈਬਿਟ ਦੀ ਅਮਾਊਂਟ ਫਰੋਮ ਮਾਈ ਸੇਵਿੰਗ ਅਕਾਊਂਟ। ਕਿਰਪਾ ਪੂਰਵਕ ਬੱਚਤ ਖਾਤੇ ਵਿੱਚੋਂ 501 ਰੁਪਏ ਕੱਢ ਕੇ ਇਸ ਰਾਸ਼ੀ ਦਾ ਉਪਹਾਰ ਚੈੱਕ ਜਾਰੀ ਕਰ ਦਿਓ। ਪਲੀਜ਼ ਯੂਜ਼ ਸੈਪਰੇਟ ਸਲਿਪਸ ਫॉर ਚੈੱਕਸ ਇਨ ਦਿਸ ਬੈਂਕ। ਇਸ ਬੈਂਕ ਦੇ ਚੈੱਕਾਂ ਵਾਸਤੇ ਬਣੀ ਹੋਈ ਵੱਖਰੀ ਪਰਚੀ ਦਾ ਇਸਤੇਮਾਲ ਕਰੋ ਜੀ। ਵੀ ਇਨਕਲੋਜ਼ ਦੀ ਡਰਾਫਟ ਨੰਬਰ 0212 ਫॉर 5,000 ਡਰਾਨ ਇਨ ਯੂਅਰ ਫੇਵਰ ਪੰਜਾਬ ਨੈਸ਼ਨਲ ਬੈਂਕ ਰਾਮਪੁਰ। ਤੁਹਾਡੇ ਨਾਂ 'ਤੇ ਜਾਰੀ ਕੀਤਾ ਪੰਜਾਬ ਨੈਸ਼ਨਲ ਬੈਂਕ ਰਾਮਪੁਰ ਦਾ 5,000 ਰੁਪਏ ਦਾ ਡਰਾਫਟ, ਜਿਸ ਦਾ ਨੰਬਰ 0212 ਹੈ, ਭੇਜ ਰਹੇ ਹਾਂ। 14ਵਾਂ, ਪਲੀਜ਼ ਇਸ਼ੂ ਡਰਾਫਟ ਫॉर ₹500 ਐਂਡ ਡੈਬਿਟ ਦੀ ਅਮਾਊਂਟ ਅਲੋਂਗ ਵਿਦ ਯੂਅਰ ਚਾਰਜਿਸ ਫਰੋਮ ਮਾਈ ਸੇਵਿੰਗ ਅਕਾਊਂਟ ਨੰਬਰ 009110002630। ਕਿਰਪਾ ਕਰਕੇ 500 ਰੁਪਏ ਦਾ ਡਰਾਫਟ ਜਾਰੀ ਕੀਤਾ ਜਾਵੇ
ਅਤੇ ਬੈਂਕ ਖਰਚਿਆਂ ਸਮੇਤ ਇਹ ਰਕਮ ਮੇਰੇ ਬਚਤ ਖਾਤਾ ਨੰਬਰ 009110002603 ਵਿੱਚੋਂ ਲੈ ਲਈ ਜਾਵੇ। ਇੰਟਰਸਟ ਅਪੋਨ ਡਿਪੋਜ਼ਿਟ ਸੀਜ਼ ਫਰੋਮ ਦੀ ਡੇਟਸ ਆਫ ਮੈਚਿਓਰਿਟੀ, ਮਿਆਦ ਪੁੱਗਣ ਤੋਂ ਬਾਅਦ ਜਮ੍ਹਾਂ ਰਕਮ 'ਤੇ ਵਿਆਜ ਨਹੀਂ ਲੱਗਦਾ। ਹੁਣ ਅਸੀਂ ਕਰਾਂਗੇ ਰੇਲਵੇ ਸੇਵਾਵਾਂ ਨਾਲ ਸੰਬੰਧਿਤ ਵਾਕ। ਪਹਿਲਾਂ ਅੰਗਰੇਜ਼ੀ ਦਾ ਵਾਕ ਬੋਲਿਆ ਜਾਏਗਾ, ਉਸ ਤੋਂ ਬਾਅਦ ਉਸਦੀ ਪੰਜਾਬੀ ਬੋਲੀ ਜਾਏਗੀ। ਵੇਟਿੰਗ ਰੂਮ ਫॉर ਦੀ ਸੈਕੰਡ ਕਲਾਸ ਪੈਸੇਂਜਰਸ ਇਜ਼ ਔਨ ਦੀ ਫਸਟ ਫਲੋਰ। ਦੂਜੇ ਦਰਜੇ ਦੇ ਮੁਸਾਫਰਾਂ ਲਈ ਉਡੀਕ ਘਰ ਪਹਿਲੀ ਮੰਜ਼ਿਲ 'ਤੇ ਹੈ। ਇੱਥੇ ਤੁਸੀਂ ਤੇ ਜਿਹੜਾ ਪਾਇਆ ਦੇਖਿਆ, ਇਹਦੇ ਮੂਹਰੇ ਛੁੱਟ ਮਰੋੜੀ ਪਈ ਹੈ, ਜਿਹਨੂੰ ਅਸੀਂ ਅਪੋਸਟ੍ਰੋਫੀ ਕੌਮਾ ਕਹਿੰਦੇ ਹਾਂ। ਉੱਤੇ ਦੀ ਜਗ੍ਹਾ 'ਤੇ ਜਦੋਂ ਅਸੀਂ ਸ਼ਾਰਟ 'ਚ ਲਿਖਣਾ ਹੋਵੇ ਤਾਂ ਤੇ ਅਸੀਂ ਇਸ ਤਰ੍ਹਾਂ ਲਿਖਦੇ ਹਾਂ। ਜੇ ਅਸੀਂ ਇਹ ਨਹੀਂ ਪਾਉਂਦੇ ਤਾਂ ਤੇ ਜਿਹੜਾ ਹੈ ਉਹ ਐਂਡ ਦਾ ਮੀਨਿੰਗ ਭਾਵ ਅਤੇ ਦਾ ਮੀਨਿੰਗ ਦਿੰਦਾ ਹੈ। ਬਿਵੇਅਰ ਆਫ ਪਿਕ ਪਾਕਟਸ, ਜੇਬ ਕਤਰਿਆਂ ਤੋਂ ਸਾਵਧਾਨ ਰਹੋ। ਬਹੁਤ ਵਾਰੀ ਵਿਦਿਆਰਥੀ ਜੇਬ ਖਤਰਿਆਂ ਤੋਂ ਲਿਖ ਦਿੰਦੇ ਨੇ। ਬਿਵੇਅਰ ਆਫ ਪਿਕ ਪਾਕਟਸ, ਜੇਬ ਕਤਰਿਆਂ ਤੋਂ ਸਾਵਧਾਨ ਰਹੋ। ਰੇਲਵੇ ਇਜ਼ ਏ ਪਬਲਿਕ ਪ੍ਰੋਪਰਟੀ, ਹੈਲਪ ਟੂ ਮੇਨਟੇਨ ਇਟ। ਰੇਲ ਜਨ ਸੰਪਤੀ ਹੈ, ਇਸ ਦੀ ਸੰਭਾਲ ਵਿੱਚ ਮਦਦ ਕਰੋ। ਪੈਸੇਂਜਰਸ ਟਰੈਵਲਿੰਗ ਵਿਦਾਊਟ ਟਿਕਟ ਵਿਲ ਬੀ ਚਾਰਜ 10 ਟਾਈਮਸ। ਬਿਨਾਂ ਟਿਕਟ ਮੁਸਾਫਰਾਂ ਪਾਸੋਂ 10 ਗੁਣਾ ਭਾੜਾ ਵਸੂਲਿਆ ਜਾਏਗਾ। ਪੰਜਵਾਂ ਹੈ ਏ ਪ੍ਰੋਪਰ ਕੁਈ ਹੈਲਪਸ ਅਰਲੀ ਡਿਸਪੋਜ਼ਲ। ਲਾਈਨ ਵਿੱਚ ਲੱਗਣ ਨਾਲ ਜਲਦੀ ਨਿਪਟਾਰਾ ਹੁੰਦਾ ਹੈ। ਸਮੋਕਿੰਗ ਇਜ਼ ਇੰਜਰੀਅਸ ਟੂ ਹੈਲਥ। ਸਿਗਰਟ ਬੀੜੀ ਪੀਣਾ ਸਿਹਤ ਲਈ ਹਾਨੀਕਾਰਕ ਹੈ। ਬਰਥਸ ਸੀਟਸ ਆਰ ਰਿਜ਼ਰਵਡ ਹੀਅਰ। ਸੌਣ ਵਾਲੀਆਂ ਬਹਿਣ ਵਾਲੀਆਂ ਸੀਟਾਂ ਇੱਥੇ ਬੁੱਕ ਕੀਤੀਆਂ ਜਾਂਦੀਆਂ ਹਨ ਜਾਂ ਰਾਖਵੀਆਂ ਕੀਤੀਆਂ ਜਾਂਦੀਆਂ ਹਨ। ਪਲੇਟਫਾਰਮ ਟਿਕਟਸ ਐਂਡ ਰੇਲਵੇ ਟਾਈਮ ਟੇਬਲ ਆਰ ਅਵੇਲੇਬਲ ਹੀਅਰ। ਪਲੇਟਫਾਰਮ ਟਿਕਟਾਂ ਅਤੇ ਰੇਲਵੇ ਸਮਾਂ ਸਾਰਣੀ ਇੱਥੇ ਮਿਲਦੇ ਹਨ। ਇਨ ਕੇਸ ਆਫ ਐਮਰਜੈਂਸੀ ਪੁੱਲ ਚੇਨ। ਸੰਕਟ ਸਮੇਂ ਜ਼ੰਜੀਰ ਖਿੱਚੋ। ਰਿਟਾਇਰਿੰਗ ਰੂਮਸ ਆਰ ਬੁੱਕਡ ਐਟ ਵਿੰਡੋ ਨੰਬਰ 12। ਵਿਸਰਾਮ ਕਮਰੇ ਖਿੜਕੀ ਨੰਬਰ 12 'ਤੇ ਬੁੱਕ ਕੀਤੇ ਜਾਂਦੇ ਹਨ। ਦੀ ਟਿਕਟ ਆਫਿਸ ਰਿਮੇਨਸ ਓਪਨ ਡੇ ਐਂਡ ਨਾਈਟ। ਟਿਕਟ ਘਰ ਦਿਨ ਰਾਤ ਖੁੱਲ੍ਹਾ ਰਹਿੰਦਾ ਹੈ। ਕ੍ਰਾਸਿੰਗ ਦੀ ਰੇਲਵੇ ਟਰੈਕ ਇਜ਼ ਪ੍ਰੋਹਿਬਿਟਡ। ਰੇਲ ਦੀ ਪਟੜੀ ਤੋਂ ਲੰਘਣਾ ਮਨਾ ਹੈ। ਕੌਸ਼ਨ, ਰੇਲਵੇ ਕ੍ਰਾਸਿੰਗ ਇਜ਼ ਅਹੈਡ। ਸਾਵਧਾਨ, ਅੱਗੇ ਰਾਹ ਵਿੱਚ ਰੇਲ ਪਟੜੀ ਹੈ, ਜਾਂ ਸਾਵਧਾਨ, ਅੱਗੇ ਰੇਲ ਪਟੜੀ ਹੈ। ਸਪਿਟਿੰਗ ਇਜ਼ ਪ੍ਰੋਹਿਬਿਟਡ ਔਨ ਦੀ ਪਲੇਟਫਾਰਮ। ਪਲੇਟਫਾਰਮ ਉੱਤੇ ਥੁੱਕਣਾ ਮਨਾ ਹੈ। ਡੂ ਨਾਟ ਕੈਚ ਔਰ ਜੰਪ ਫਰੋਮ ਦੀ ਰਨਿੰਗ ਟ੍ਰੇਨ। ਚਲਦੀ ਗੱਡੀ ਉੱਤੇ ਚੜ੍ਹਨ ਜਾਂ ਉਤਰਨ ਦੀ ਗਲਤੀ ਨਾ ਕਰੋ। ਡੂ ਨਾਟ ਕੈਚ ਔਰ ਜੰਪ ਫਰੋਮ ਦੀ ਰਨਿੰਗ ਟ੍ਰੇਨ। ਚਲਦੀ ਗੱਡੀ ਉੱਤੇ ਚੜ੍ਹਨ ਜਾਂ ਉਤਰਨ ਦੀ ਗਲਤੀ ਨਾ ਕਰੋ। ਹੁਣ ਅਸੀਂ ਡਾਕ ਸੇਵਾ ਨਾਲ ਸੰਬੰਧਿਤ ਜਿਹੜੇ ਵਾਕ ਹੈ, ਪਹਿਲਾਂ ਉਹਨਾਂ ਦੀ ਅੰਗਰੇਜ਼ੀ ਅਤੇ ਫਿਰ ਪੰਜਾਬੀ ਪੜ੍ਹਾਂਗੇ। ਯੂਜ਼ ਬਲੌਕ ਲੈਟਰਸ ਫॉर ਫਿਲਿੰਗ ਇਨ ਦੀ ਮਨੀ ਆਰਡਰ ਫਾਰਮ। ਯੂਜ਼ ਬਲੌਕ ਲੈਟਰਸ ਫॉर ਫਿਲਿੰਗ ਇਨ ਦੀ ਮਨੀ ਆਰਡਰ ਫਾਰਮ। ਮਨੀ ਆਰਡਰ ਫਾਰਮ ਭਰਨ ਲਈ ਅੰਗਰੇਜ਼ੀ ਦੇ ਵੱਡੇ ਅੱਖਰ ਬਲੌਕ ਲੈਟਰਸ, ਵੱਡੇ ਅੱਖਰਾਂ ਦੀ ਵਰਤੋਂ ਕਰੋ। ਦੀ ਐਡਰੈਸ ਔਨ ਦੀ ਲੈਟਰ ਮਸਟ ਬੀ ਲੈਜੀਬਲ। ਚਿੱਠੀ ਉੱਤੇ ਪਤਾ ਸਾਫ਼ ਹੋਣਾ ਚਾਹੀਦਾ ਹੈ। ਇੱਥੇ ਕਈ ਵਾਰੀ ਬੱਚੇ ਐਲੀਜੀਬਲ ਪਾ ਦਿੰਦੇ, ਐਲੀਜੀਬਲ ਨਹੀਂ, ਲੈਜੀਬਲ। ਦੀ ਐਡਰੈਸ ਔਨ ਦੀ ਲੈਟਰ ਮਸਟ ਬੀ ਲੈਜੀਬਲ। ਚਿੱਠੀ ਉੱਤੇ ਪਤਾ ਸਾਫ਼ ਲਿਖੋ। ਰਾਈਟ ਪਿਨ ਕੋਡ ਇਨ ਐਡਰੈਸ। ਪਤੇ ਦੇ ਨਾਲ ਪਿਨ ਕੋਡ ਲਿਖੋ। ਨੋ ਇਨਕਲੋਜ਼ਰ ਅਲਾਉਡ ਇਨ ਦੀ ਇਨਲੈਂਡ ਲੈਟਰ। ਅੰਤਰਦੇਸੀ ਪੱਤਰ ਵਿੱਚ ਕੁਝ ਵੀ ਰੱਖਣ ਦੀ ਆਗਿਆ ਨਹੀਂ ਹੈ। ਐਡਰੈਸ ਮਸਟ ਬੀ ਰਿਟਨ ਔਨ ਦਿਸ ਸਾਈਡ ਓਨਲੀ। ਪਤਾ ਇਸ ਪਾਸੇ ਹੀ ਲਿਖੋ। ਵੇਰੀਫਾਈ ਦੀ ਫੈਕਟਸ ਫਰੋਮ ਦੀ ਐਡਰੈਸ ਆਫ ਦੀ ਸੈਂਡਰ ਐਂਡ ਦੀ ਡੇਟ ਸਟੈਂਪ ਆਫ ਦੀ ਪੋਸਟ ਆਫਿਸ। ਡਾਕ ਭੇਜਣ ਵਾਲੇ ਦੇ ਪਤੇ ਅਤੇ ਡਾਕ ਘਰ ਦੀ ਮਿਤੀ ਮੋਹਰ ਤੋਂ ਤੱਥਾਂ ਦੀ ਪੜਤਾਲ ਕਰੋ। ਐਗਜ਼ਾਮਿਨ your passbook carefully and ensure that the previous deposit has been correctly recorded. Examine your passbook carefully and ensure that the previous deposit has been correctly recorded. ਆਪਣੀ ਪਾਸਬੁੱਕ ਦੀ ਜਾਂਚ ਚੰਗੀ ਤਰ੍ਹਾਂ ਕਰ ਲਓ ਅਤੇ ਇਹ ਯਕੀਨੀ ਬਣਾ ਲਓ ਕਿ ਇਸ ਤੋਂ ਪਹਿਲਾਂ ਜਮ੍ਹਾਂ ਕੀਤੀ ਰਕਮ ਸਹੀ ਦਰਜ ਕੀਤੀ ਗਈ ਹੈ। 8ਵਾਂ ਹੈ ਪੋਸਟ ਆਫਿਸ ਸੇਵਿੰਗ ਬੈਂਕ ਇਜ਼ ਏ ਯੂਜ਼ਫੁਲ ਸਕੀਮ ਫॉर, ਥੋੜਾ ਮਿਸਪ੍ਰਿੰਟ ਲੱਗ ਰਿਹਾ, ਪੋਸਟ ਆਫਿਸ ਸੇਵਿੰਗ ਬੈਂਕ ਇਜ਼ ਏ ਯੂਜ਼ਫੁਲ ਸਕੀਮ ਫॉर ਸੈਲਰੀਡ ਪਰਸਨਸ।
ਤਨਖਾਹਦਾਰਾਂ ਵਾਸਤੇ ਡਾਕ ਘਰ ਬੱਚਤ ਬੈਂਕ ਇੱਕ ਉਪਯੋਗੀ ਯੋਜਨਾ ਹੈ। No identity slip shall be issued to a person other than the one authorized. ਅਧਿਕਾਰਤ ਵਿਅਕਤੀ ਤੋਂ ਬਿਨਾਂ ਕਿਸੇ ਹੋਰ ਨੂੰ ਪਛਾਣ ਪਰਚੀ ਜਾਰੀ ਨਹੀਂ ਕੀਤੀ ਜਾਏਗੀ। ਸਿਰਫ ਉਸੇ ਨੂੰ ਕੀਤੀ ਜਾਏਗੀ ਜਿਹੜਾ ਕਿ ਅਧਿਕਾਰਤ ਵਿਅਕਤੀ ਹੋਏਗਾ, ਜਿਹਦੇ ਕੋਲ ਅਧਿਕਾਰ ਹੋਏਗਾ ਉਹ ਪਰਚੀ ਪ੍ਰਾਪਤੀ ਦਾ। The rule and mode of payment of National Saving Certificate are printed on the reverse. ਰਾਸ਼ਟਰੀ ਬਚਤ ਸਰਟੀਫਿਕੇਟਾਂ ਦੇ ਭੁਗਤਾਨ ਸੰਬੰਧੀ ਨਿਯਮ ਅਤੇ ਤਰੀਕਾ ਪਿਛਲੇ ਪਾਸੇ ਛਪੇ ਹਨ। ਹੁਣ ਅਸੀਂ ਬੀਮਾ ਸੇਵਾਵਾਂ ਨਾਲ ਸੰਬੰਧਿਤ ਵਾਕ ਉਸੇ ਤਰ੍ਹਾਂ ਪੜ੍ਹਾਂਗੇ, ਪਹਿਲਾਂ ਅੰਗਰੇਜ਼ੀ ਫਿਰ ਪੰਜਾਬੀ ਵਿੱਚ। Everyone should have an insurance in his life. ਹਰੇਕ ਮਨੁੱਖ ਨੂੰ ਜ਼ਿੰਦਗੀ ਵਿੱਚ ਆਪਣਾ ਬੀਮਾ ਕਰਵਾਉਣਾ ਚਾਹੀਦਾ ਹੈ। One should keep one's insurance policy and receipts carefully. ਬੀਮੇ ਦੀ ਪਾਲਿਸੀ ਅਤੇ ਰਸੀਦਾਂ ਹਮੇਸ਼ਾ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ। Nowadays, vehicle insurance is also necessary. ਅੱਜ ਕੱਲ੍ਹ ਮੋਟਰ ਗੱਡੀਆਂ ਦਾ ਬੀਮਾ ਵੀ ਕਰਾਉਣਾ ਜ਼ਰੂਰੀ ਹੋ ਗਿਆ ਹੈ। The payment of insurance can be made by net banking or mobile banking. ਬੀਮੇ ਦੀ ਕਿਸ਼ਤ ਦਾ ਭੁਗਤਾਨ ਬੈਂਕਿੰਗ ਤੇ ਨੈੱਟ ਬੈਂਕਿੰਗ ਰਾਹੀਂ ਵੀ ਕੀਤਾ ਜਾ ਸਕਦਾ ਹੈ। ਪੰਜਵਾਂ ਹੈ if due premium is not paid within the days of grace, the policy becomes paid up. ਜੇਕਰ ਬੀਮਾ ਕਿਸ਼ਤ ਦਾ ਭੁਗਤਾਨ ਰਿਆਇਤੀ ਦਿਨਾਂ ਵਿੱਚ ਨਾ ਕੀਤਾ ਜਾਵੇ ਤਾਂ ਬਣਦਾ ਵਿਆਜ ਅਦਾ ਕਰਨਾ ਪੈਂਦਾ ਹੈ। You must enter a nominee while taking insurance policy. ਬੀਮਾ ਪਾਲਿਸੀ ਲੈਣ ਸਮੇਂ ਨਾਮਜ਼ਦਗੀ ਜ਼ਰੂਰ ਦਰਜ ਕਰੋ। ਨਾਮਜ਼ਦਗੀ ਕੇ ਭਾਵ ਤੋਂ ਬਾਅਦ ਇਹ ਕਿਸ ਨੂੰ ਮਿਲੇਗਾ? ਜਿਸ ਨੂੰ ਤੁਸੀਂ ਨੋਮੀਨੀ ਬਣਾਓਗੇ। Examine the receipt properly after making payment of insurance policy. ਬੀਮਾ ਕਿਸ਼ਤ ਦਾ ਭੁਗਤਾਨ ਕਰਨ ਤੋਂ ਬਾਅਦ ਰਸੀਦ ਦੀ ਚੰਗੀ ਤਰ੍ਹਾਂ ਪੜਤਾਲ ਕਰੋ। After completion of policy, credited directly due amount will be credited directly to the policyholder's account. After completion of the policy, credited directly due amount will be credited directly to the policyholder's account. ਪਾਲਿਸੀ ਦਾ ਸਮਾਂ ਪੂਰਾ ਹੋਣ ਤੇ ਬਣਦੀ ਰਾਸ਼ੀ ਦਾਅਵੇਦਾਰ ਦੇ ਖਾਤੇ ਵਿੱਚ ਸਿੱਧੇ ਤੌਰ ਤੇ ਜਮ੍ਹਾਂ ਹੋਵੇਗੀ। ਤੁਸੀਂ ਅੰਗਰੇਜ਼ੀ ਵਾਲੇ ਵਾਕ ਦੇ ਵਿੱਚ ਕੋਈ ਤਰੁੱਟੀ ਮਹਿਸੂਸ ਕੀਤੀ ਹੋਣੀ ਹੈ। ਪਾਲਿਸੀ ਦਾ ਸਮਾਂ ਪੂਰਾ ਹੋਣ ਤੇ ਬਣਦੀ ਰਾਸ਼ੀ ਦਾਅਵੇਦਾਰ ਦੇ ਖਾਤੇ ਵਿੱਚ, ਪਾਲਿਸੀ ਦਾ ਸਮਾਂ ਜਦੋਂ ਪੂਰਾ ਹੋ ਜਾਂਦਾ ਤੇ ਬਣਦੀ ਰਾਸ਼ੀ ਜਿਹੜਾ ਦਾਅਵੇਦਾਰ ਹੁੰਦਾ ਉਹਦੇ ਖਾਤੇ ਵਿੱਚ ਸਿੱਧੇ ਤੌਰ ਤੇ ਜਮ੍ਹਾਂ ਹੋਏਗੀ, ਇਹ ਗੱਲ ਕਹੀ ਗਈ ਹੈ। ਪਾਲਿਸੀ ਹੋਲਡਰ ਹੈਜ਼ ਟੂ ਸਬਮਿਟ ਪ੍ਰੂਫ ਆਫ ਰੈਜ਼ੀਡੈਂਸ, ਆਇਡੈਂਟੀਟੀ ਐਂਡ ਏਜ ਐਟ ਦੀ ਟਾਈਮ ਆਫ ਟੇਕਿੰਗ ਪਾਲਿਸੀ। ਬੀਮਾ ਕਰਾਉਣ ਸਮੇਂ ਦਾਅਵੇਦਾਰ ਨੂੰ ਆਪਣੀ ਰਿਹਾਇਸ਼, ਸ਼ਨਾਖਤ ਤੇ ਉਮਰ ਸੰਬੰਧੀ ਪੁਖਤਾ ਸਬੂਤ ਦੇਣੇ ਪੈਂਦੇ ਹਨ। ਪਾਲਿਸੀ ਹੋਲਡਰ ਹੈਜ਼ ਟੂ ਸਬਮਿਟ ਪ੍ਰੂਫ ਆਫ ਰੈਜ਼ੀਡੈਂਸ, ਆਇਡੈਂਟੀਟੀ ਐਂਡ ਏਜ ਐਟ ਦੀ ਟਾਈਮ ਆਫ ਟੇਕਿੰਗ ਪਾਲਿਸੀ। ਬੀਮਾ ਪਾਲਿਸੀ ਲੈਣ ਸਮੇਂ ਦਾਅਵੇਦਾਰ ਨੂੰ ਆਪਣੇ ਕੱਦ, ਭਾਰ ਅਤੇ ਸਰੀਰਕ ਸ਼ਨਾਖਤੀ ਚਿੰਨ੍ਹਾਂ ਸੰਬੰਧੀ ਵੇਰਵੇ ਧਿਆਨ ਨਾਲ ਭਰਨੇ ਚਾਹੀਦੇ ਹਨ। ਇਹ ਜਿਹੜੀ ਬੋਰਡ ਦੀ ਕਿਤਾਬ ਹੈ, ਇਹਦੇ ਵਿੱਚ ਇਹ ਤੁਹਾਡੇ ਕੁਝ ਬੀਮੇ ਨਾਲ ਸੰਬੰਧਿਤ ਵਾਕ ਦਿੱਤੇ ਗਏ ਸੀ। ਹੁਣ ਅਸੀਂ ਕੰਪਿਊਟਰ ਨਾਲ ਸੰਬੰਧਿਤ ਵਾਕ ਜਿਹੜੇ ਆ ਉਹ ਕਰਾਂਗੇ। ਪਹਿਲਾ ਹੈ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ। ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ। ਸੈਂਟਰਲ ਪ੍ਰੋਸੈਸਿੰਗ ਯੂਨਿਟ ਇਜ਼ ਦੀ ਬ੍ਰੇਨ ਆਫ ਦੀ ਕੰਪਿਊਟਰ। ਸੈਂਟਰਲ ਪ੍ਰੋਸੈਸਿੰਗ ਯੂਨਿਟ CPU, ਜਿਹਨੂੰ ਅਸੀਂ ਕਹਿੰਦੇ ਹਾਂ ਕੰਪਿਊਟਰ ਦਾ ਦਿਮਾਗ ਹੁੰਦਾ ਹੈ। ਰੈਂਡਮ ਐਸੈਸ ਮੈਮਰੀ RAM ਇਜ਼ ਦੀ ਟੈਂਪਰੇਰੀ ਮੈਮਰੀ ਆਫ ਕੰਪਿਊਟਰ। RAM ਕੰਪਿਊਟਰ ਦੀ ਆਰਜ਼ੀ ਯਾਦ ਸ਼ਕਤੀ ਹੈ, ਟੈਂਪਰੇਰੀ ਯਾਦ ਸ਼ਕਤੀ ਹੈ। ਵੈਨ 2 or more computers are connected with each other, it is called computer network. ਜਦੋਂ 2 ਜਾਂ 2 ਤੋਂ ਵੱਧ ਕੰਪਿਊਟਰ ਆਪਸ ਵਿੱਚ ਜੁੜਨ ਤਾਂ ਉਸ ਨੂੰ ਕੰਪਿਊਟਰ ਨੈਟਵਰਕ ਆਖਿਆ ਜਾਂਦਾ ਹੈ। ਪੰਜਵਾਂ ਹੈ ਇੰਟਰਨੈਟ ਇਜ਼ ਦੀ ਨੈਟਵਰਕ ਆਫ ਨੈਟਵਰਕਸ। ਨੈਟਵਰਕਾਂ ਦਾ ਨੈਟਵਰਕ ਇੰਟਰਨੈਟ ਹੁੰਦਾ ਹੈ। ਈਮੇਲ ਇਜ਼ ਯੂਜ਼ਡ ਟੂ ਸੈਂਡ ਐਂਡ ਰਿਸੀਵ ਮੈਸੇਜਸ। ਬਿਜਲਈ ਡਾਕ ਦੀ ਵਰਤੋਂ ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਚਾਰਲਸ ਬੇਬੇਜ ਇਜ਼ ਨੋਨ ਐਜ਼ ਦੀ ਫਾਦਰ ਆਫ ਕੰਪਿਊਟਰ। ਚਾਰਲਸ ਬੇਬੇਜ ਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ। ਬਾਈਨਰੀ ਇਜ਼ ਦੀ ਲੈਂਗੁਏਜ ਆਫ ਕੰਪਿਊਟਰ। ਬਾਈਨਰੀ ਕੰਪਿਊਟਰ ਦੀ ਭਾਸ਼ਾ ਹੈ।
ਨੌਵਾਂ ਹੈ ਆਲਵੇਜ਼ ਸ਼ਟ ਡਾਊਨ ਕੰਪਿਊਟਰ ਪ੍ਰੋਪਰਲੀ, ਕੰਪਿਊਟਰ ਨੂੰ ਹਮੇਸ਼ਾ ਠੀਕ ਢੰਗ ਨਾਲ ਬੰਦ ਕਰੋ। ਹਾਰਡ ਡਿਸਕ ਇਜ਼ ਦੀ ਡਾਟਾ ਸਟੋਰੇਜ ਡਿਵਾਈਸ ਆਫ ਦੀ ਕੰਪਿਊਟਰ, ਹਾਰਡ ਡਿਸਕ ਕੰਪਿਊਟਰ ਡਾਟਾ ਸਾਂਭਣ ਵਾਲਾ ਯੰਤਰ ਹੈ। ਕੀਬੋਰਡ ਹੈਜ਼ 104 ਕੀਜ਼, ਕੀਬੋਰਡ ਦੇ 104 ਬਟਨ ਹੁੰਦੇ ਹਨ। ਸਪੇਸ ਬਾਰ ਇਜ਼ ਦੀ ਲੌਂਗੈਸਟ ਕੀ ਔਨ ਦੀ ਕੀਬੋਰਡ, ਕੀਬੋਰਡ ਉੱਪਰ ਸਭ ਤੋਂ ਲੰਬੀ ਕੀ ਨੂੰ ਸਪੇਸ ਬਾਰ ਕਿਹਾ ਜਾਂਦਾ ਹੈ। ਕਲਿੱਕ ਔਨ ਦੀ ਸਟਾਰਟ ਮੈਨੂ ਟੂ ਸ਼ਟ ਡਾਊਨ ਕੰਪਿਊਟਰ, ਕੰਪਿਊਟਰ ਨੂੰ ਬੰਦ ਕਰਨ ਲਈ ਸਟਾਰਟ ਮੈਨੂ 'ਤੇ ਕਲਿੱਕ ਕਰੋ। ਇੱਥੇ ਜਿਹੜਾ ਤੇ ਪਾਇਆ ਹੋਇਆ ਇਹਦੇ ਮੂਹਰੇ ਅਪੋਸਟ੍ਰੋਫੀ ਕੌਮਾ ਚਾਹੀਦਾ ਅਤੇ ਉੱਤੇ ਦਾ ਮੀਨਿੰਗ ਦੇਵੇਗਾ ਇਹ, ਇੱਥੇ ਐਂਡ ਦਾ ਮੀਨਿੰਗ ਦੇ ਰਿਹਾ ਸੋ ਗਲਤ ਹੈ। ਕੰਪਿਊਟਰ ਨੂੰ ਬੰਦ ਕਰਨ ਲਈ ਸਟਾਰਟ ਮੈਨੂ ਉੱਤੇ ਕਲਿੱਕ ਕਰੋ। 14ਵਾਂ ਹੈ ਸਾਈਬਰ ਕ੍ਰਾਈਮ ਇਜ਼ ਏ ਕ੍ਰਾਈਮ ਇਨ ਵਿਚ ਕੰਪਿਊਟਰ ਇਜ਼ ਯੂਜ਼ਡ, ਜਿਸ ਜੁਰਮ ਵਿੱਚ ਕੰਪਿਊਟਰ ਵਰਤਿਆ ਜਾਵੇ ਉਸ ਨੂੰ ਸਾਈਬਰ ਕ੍ਰਾਈਮ ਆਖਿਆ ਜਾਂਦਾ ਹੈ ਔਰ ਇਹਦੀ ਸਜ਼ਾ ਵੀ ਬਹੁਤ ਜ਼ਿਆਦਾ ਹੁੰਦੀ ਹੈ। ਸੁਪਰ ਕੰਪਿਊਟਰ ਇਜ਼ ਏ ਵੈਰੀ ਪਾਵਰਫੁਲ ਕੰਪਿਊਟਰ, ਸੁਪਰ ਕੰਪਿਊਟਰ ਬਹੁਤ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ।